ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਸ਼੍ਰੀ ਰਾਗ ਮਹੱਲਾ ਪੰਜਵਾਂ ਘਰ ਛੇਵਾਂ। ਕਰਨ ਕਾਰਨ ਏਕ ਉਹੀ ਜਿਨ ਕੀਆ ਆਕਾਰ, ਤਿਸੈ ਧਿਆਵੋ ਮਨ ਮੇਰੇ ਸਰਬ ਕੋ ਆਧਾਰ। ਗੁਰ ਕੇ ਚਰਨ ਮਨ ਮਹਿ ਧਿਆਏ, ਛੋੜ ਸਗਲ ਸਿਆਣਪਾਂ ਸਾਚ ਸ਼ਬਦ ਲਿਵ ਲਾਏ। ਰਹਾਉ ਦੁਖ ਕਲੇਸ਼ ਨ ਭਉ ਵਿਆਪੈ, ਗੁਰ ਮੰਤਰ ਹਿਰਦੈ ਹੋਏ। ਕੋਟ ਜਤਨਾ ਕਰ ਰਹੇ ਗੁਰ ਬਿਨ ਤਰਿਓ ਨਾ ਕੋਏ। ਦੇਖ ਦਰਸ਼ਨ ਮਨ ਸਾਧਾਰੈ, ਪਾਪ ਸਗਲੇ ਜਾਹੇ। ਹਉ ਤਿਨ ਕੈ ਬਲਿਹਾਰਣੈ, ਜੇ ਗੁਰ ਕੀ ਪੈਰੀ ਪਾਹੇ। ਸਾਧ ਸੰਗਤ ਮਨ ਵਸੈ, ਸਾਚ ਹਰਿ ਕਾ ਨਾਉ। ਸੇ ਵਡਭਾਗੀ ਨਾਨਕਾ, ਜਿਨ ਮਨ ਏਹਾ ਭਾਉ। ਸੇ ਵਡਭਾਗੀ ਨਾਨਕਾ, ਜਿਨ੍ਹਾਂ ਮਨ ਇਹੋ ਭਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ, ਚਬਰ ਛਤਰ ਤਖਤ ਦੇ ਮਾਲਕ, ਹਾਜ਼ਰਾ ਹਜ਼ੂਰ ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕੋਟਾਨ ਕੋਟਾਨ ਕਿਰਪਾ ਤੇ ਰਹਿਮਤ ਤੇ ਅਸੀਸ ਦੇ ਨਾਲ ਰੋਜ਼ਾਨਾ ਹੀ ਫੇਸਬੁੱਕ ਲਾਈਵ ਆਡੀਓ ਦੇ ਮਾਧਿਅਮ ਦੇ ਰਾਹੀਂ ਤੇ ਗਲੋਬਲ ਗੁਰਬਾਣੀ ਵਿਚਾਰ WhatsApp ਗਰੁੱਪ ਦੇ ਰਾਹੀਂ ਜੋ ਪਿਛਲੇ ਕਾਫੀ ਸਮੇਂ ਤੋਂ ਲਗਾਤਾਰ ਲੜੀਵਾਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੁਰਬਾਣੀ ਵਿਚਾਰ ਸ਼ੁਰੂ ਕੀਤੀ ਹੋਈ ਹੈ, ਜਿਸ ਵਿੱਚ ਰੋਜ਼ਾਨਾ ਇੱਕ ਸ਼ਬਦ ਦੀ ਵਿਚਾਰ ਆਪ ਗੁਰੂ ਕੀਆਂ ਪਿਆਰੀਆਂ ਸੰਗਤਾਂ ਦੇ ਰੂਬਰੂ ਕੀਤੀ ਜਾਂਦੀ ਹੈ, ਜਿਹਦੇ ਵਿੱਚ ਸ਼੍ਰੀ ਰਾਗ ਦੇ ਹੁਣ ਤੱਕ 93 ਨੰਬਰ ਸ਼ਬਦ ਤੱਕ ਵਿਚਾਰ ਕੀਤੀ ਜਾ ਚੁੱਕੀ ਹੈ। ਅੱਜ ਦਾ ਸ਼ਬਦ ਜੋ ਆਪ ਜੀ ਨੇ ਹੁਣੇ ਸਰਵਣ ਕੀਤਾ ਹੈ, ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਵਿੱਚੋਂ ਪਹਿਲਾ ਰਾਗ ਸ਼੍ਰੀ ਰਾਗ ਹੈ। ਉਹਦਾ ਇਹ 94 ਨੰਬਰ ਸ਼ਬਦ ਹੈ ਤੇ ਸ਼ਹੀਦਾਂ ਦੇ ਸਰਤਾਜ ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਮੁਖਾਰਬਿੰਦ ਤੋਂ ਉਚਾਰਨ ਹੋਇਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਪੰਨਾ ਨੰਬਰ ਹੈ 5151। ਸੋ ਆਓ ਅੱਜ ਦੇ ਪਾਵਨ ਗੁਰੂ ਸ਼ਬਦ ਦੇ ਉਪਦੇਸ਼ ਨਾਲ ਜੁੜੀਏ ਤੇ ਸਤਿਗੁਰੂ ਜੀ ਦੇ ਕੋਲੋਂ ਗਿਆਨ ਲੈ ਕੇ ਆਪਣੇ ਸੰਸਾਰਿਕ ਜੀਵਨ ਨੂੰ ਸੁਹਾਵਣਾ ਤੇ ਨਿਰਮਲ ਬਣਾਈਏ, ਕਿਉਂਕਿ ਗੁਰਬਾਣੀ ਰੋਜ਼ ਦਾ ਇੱਕ ਚੈਪਟਰ ਹੈ, ਇੱਕ ਲੈਸਨ ਹੈ, ਜਿਹਨੂੰ ਅਸੀਂ ਆਪਣੇ ਜੀਵਨ ਦੇ ਵਿੱਚ ਹੰਡਾਉਣਾ ਹੈ। ਤੇ ਮੈਂ ਇੱਕ ਗੱਲ ਇਮਾਨਦਾਰੀ ਨਾਲ ਕਹਿਣੀ ਚਾਹੁੰਦਾ ਕਿ ਜਿਹੜਾ ਵੀ ਸਿੱਖ ਗੁਰੂ ਸ਼ਬਦ ਦੇ ਲੜ ਲੱਗ ਜਾਂਦਾ ਨਾ, ਗੁਰੂ ਸ਼ਬਦ ਦੀ ਵਿਚਾਰ ਨੂੰ ਫੋਲੋ ਕਰਨ ਲੱਗ ਪੈਂਦਾ ਹੈ, ਹੌਲੀ ਹੌਲੀ ਉਹਦੇ ਜੀਵਨ ਵਿੱਚ ਜ਼ਰੂਰ ਤਬਦੀਲੀ ਆਉਂਦੀ ਹੈ। ਕਿਉਂਕਿ ਗੁਰਬਾਣੀ
ਦੀ ਦਾਤ ਹੀ ਐਸੀ ਹੈ ਕਿ ਜਿਸ ਦੇ ਜੀਵਨ ਦੇ ਵਿੱਚ ਘਰ ਕਰਨ ਲੱਗ ਪਵੇਗੀ ਨਾ, ਉਹਦੇ ਸਰੀਰ ਰੋਗਾਂ ਤੋਂ ਰਹਿਤ ਹੋ ਜਾਵੇਗਾ। ਕਿਉਂ ਰੋਗਾਂ ਤੋਂ ਰਹਿਤ ਹੋਵੇਗਾ? ਉਹਦੇ ਅੰਦਰੋਂ ਮੰਦੀਆਂ ਵਾਸ਼ਨਾਵਾਂ, ਮੰਦੇ ਖਿਆਲ, ਗੰਦਾ ਸੁਭਾਅ, ਕ੍ਰੋਧ, ਅਹੰਕਾਰ, ਲੋਭ, ਲਾਲਚ, ਇਹ ਸਭ ਖਤਮ ਹੋ ਜਾਣਗੇ। ਤੇ ਜਦੋਂ ਹਿਰਦੇ ਵਿੱਚ ਗੰਦਗੀ ਰਵੇਗੀ ਨਹੀਂ, ਜਦੋਂ ਮੈਲੇ ਵਿਚਾਰ ਜਨਮ ਹੀ ਨਹੀਂ ਲੈਣਗੇ, ਮੈਲੇ ਖਿਆਲ ਆਉਣਗੇ ਹੀ ਨਹੀਂ, ਤੇ ਇਹ ਜੀਵਨ ਕਿਵੇਂ ਪੋਲਿਊਟਡ ਹੋਵੇਗਾ? ਫਿਰ ਇਹ ਜੀਵਨ ਨਿਰਮਲ ਹੋਵੇਗਾ, ਕਿਉਂਕਿ ਨਿਰਮਲ ਜੀਵਨ ਦੇ ਵਿੱਚ ਹੀ ਕਰਤਾਰ ਪ੍ਰਮਾਤਮਾ ਵਸਦਾ ਹੈ। ਸੋ ਅੱਜ ਦੇ ਪਾਵਨ ਸ਼ਬਦ ਵਿੱਚ ਵੀ ਸਤਿਗੁਰੂ ਜੀ ਇਹੀ ਗੱਲ ਸਾਨੂੰ ਸਮਝਾ ਰਹੇ ਨੇ। ਆਪਾਂ ਜਿਵੇਂ ਰੋਜ਼ ਜੁੜਨ ਵਾਲੇ ਗਲੋਬਲ ਗੁਰਬਾਣੀ ਵਿਚਾਰ ਦੇ ਜਿਹੜੇ ਫੈਮਿਲੀ ਮੈਂਬਰ ਨੇ, ਪਰਿਵਾਰਿਕ ਮੈਂਬਰ ਨੇ, ਉਹਨਾਂ ਨੂੰ ਪਤਾ ਹੈ ਕਿ ਸ਼ਬਦ ਦੀ ਸ਼ੁਰੂਆਤ ਆਪਾਂ ਰਹਾਉ ਦੀਆਂ ਪੰਕਤੀਆਂ ਤੋਂ ਕਰਦੇ ਹਾਂ, ਕਿਉਂਕਿ ਇਹ ਇੱਕ ਨਿਯਮ ਹੈ ਗੁਰਬਾਣੀ ਵਿਚਾਰ ਦਾ ਕਿ ਜੇ ਤੁਸੀਂ ਸ਼ਬਦ ਦੇ ਕੇਂਦਰੀ ਭਾਵ ਨੂੰ, ਸੈਂਟਰਲ ਆਈਡੀਆ ਨੂੰ ਜਾਣਨਾ ਹੈ, ਤੇ ਸਭ ਤੋਂ ਪਹਿਲਾਂ ਰਹਾਉ ਦੇ ਬੰਦ ਨੂੰ ਵਿਚਾਰਨਾ ਪਏਗਾ। ਰਹਾਉ ਕੋਂਕਣੀ ਭਾਸ਼ਾ ਦਾ ਸ਼ਬਦ ਹੈ ਜਿਹਦਾ ਅਰਥ ਹੈ ਟਿਕਾਵ, ਠਹਿਰ ਜਾਣਾ, ਠਹਿਰਾਵ। ਤੋ ਸੱਚੇ ਪਾਤਸ਼ਾਹ ਜੀ ਨੇ ਰਹਾਉ ਦਾ ਬੰਦ ਹਰ ਗੁਰੂ ਸ਼ਬਦ ਵਿੱਚ ਰੱਖਿਆ ਹੈ। ਤੋ ਇਹ ਭਾਵ ਹੈ ਕਿ ਰਹਾਉ ਦੀਆਂ ਪੰਕਤੀਆਂ ਜਿਹੜੀਆਂ ਨੇ ਉਹ ਡੈਫੀਨੇਸ਼ਨ ਕਹਿ ਲਓ, ਸੈਂਟਰਲ ਆਈਡੀਆ ਕਹਿ ਲਓ, ਪਰਿਭਾਸ਼ਾ ਕਹਿ ਲਓ, ਇਹ ਰਹਾਉ ਦੀਆਂ ਪੰਕਤੀਆਂ ਨੇ। ਬਾਕੀ ਜਿਹੜੇ 4 ਬੰਦ ਨੇ ਜਾਂ 5 ਬੰਦ ਨੇ, ਇਹ ਉਹਦੀ ਡਿਟੇਲ ਨੇ, ਤਾਂ ਕਿ ਗੱਲ ਹੋਰ ਬੜੀ ਆਸਾਨੀ ਨਾਲ ਸਮਝ ਆ ਜਾਵੇ, ਪੂਰੀ ਗੱਲ ਪਕੜ 'ਚ ਆ ਜਾਵੇ। ਤੋਂ ਬਾਕੀ ਜਿਹੜੇ ਸ਼ਬਦ ਦੇ ਆਲੇ ਦੁਆਲੇ ਬੰਦ ਨੇ, ਜਿਹੜੇ ਸਟੈਂਜਾਸ ਨੇ, ਇਹ ਮਨੁੱਖ ਨੂੰ ਡਿਫਾਈਨ ਕਰਨ ਵਾਸਤੇ ਨੇ ਕਿ ਗੁਰਮਤ ਦੀਆਂ ਗਹਿਰਾਈਆਂ ਮਨੁੱਖ ਨੂੰ ਕਿਵੇਂ ਜਾਣਨੀਆਂ ਨੇ, ਕਿਵੇਂ ਸਮਝਣੀਆਂ ਨੇ। ਸੋ ਅੱਜ ਦਾ ਜਿਹੜਾ ਰਹਾਉ ਦਾ ਬੰਦ ਹੈ ਪਾਵਨ ਸ਼ਬਦ ਦਾ, ਸਾਹਿਬ ਜੀ ਕਿਰਪਾ ਕਰ ਰਹੇ ਨੇ, ਗੁਰ ਕੇ ਚਾਰਣ ਮਨ ਮਹਿ ਧਿਆਏ, ਛੋੜ ਸਗਲ ਸਿਆਣਪਾਂ, ਸਾਚ ਸ਼ਬਦ ਲਿਵ ਲਾਏ। ਰਹਾਉ। ਹੁਣ ਰਹਾਉ ਦੀਆਂ ਪੰਕਤੀਆਂ ਵਿੱਚ ਬੜੀ ਵੱਡੀ ਕਰਾਮਾਤ ਪਾਤਸ਼ਾਹ ਜੀ ਨੇ ਵਿਖਾਈ ਹੈ, ਬੜੀ ਕਿਰਪਾ ਕੀਤੀ ਹੈ। ਸਭ ਕਹਿੰਦੇ ਗੁਰੂ ਜੀ ਦੇ ਚਰਨਾਂ ਨੂੰ ਆਪਣੇ ਮਨ ਵਿੱਚ ਧਿਆਇਆ ਕਰ। ਹੁਣ ਇੱਕ ਗੱਲ ਇੱਥੋਂ ਬਿਲਕੁਲ ਸਾਫ਼ ਸੁਥਰੀ ਕਲੀਅਰ ਹੈ ਕਿ ਕਿਸੇ ਦੇਹਧਾਰੀ ਦੀ ਗੱਲ ਨਹੀਂ ਕੀਤੀ ਜਾ ਰਹੀ, ਕਿਸੇ ਬੋਡੀ ਦੀ ਗੱਲ ਨਹੀਂ ਕੀਤੀ ਜਾ ਰਹੀ, ਕਿਉਂਕਿ ਜੇ ਦੇਹਧਾਰੀ ਦੀ ਗੱਲ ਚੱਲੇਗੀ ਫਿਰ ਉਹਦੇ ਚਰਨਾਂ ਨੂੰ ਮਨ ਵਿੱਚ ਕਿਵੇਂ ਧਿਆਵਾਂਗੇ? ਜੇ ਕਿਸੇ ਦੇਹਧਾਰੀ ਗੁਰੂ ਦੀ ਗੱਲ ਚੱਲੇਗੀ ਫਿਰ ਦੇਹਧਾਰੀ ਗੁਰੂ ਦੀ ਚਰਨ ਮਨ ਵਿੱਚ ਕਿਵੇਂ ਧਿਆਏ ਜਾ ਸਕਦੇ ਨੇ? ਹੁਣ ਜ਼ਾਹਿਰਾ ਜੀ ਗੱਲ ਹੈ, ਹੁਣ ਗੁਰਬਾਣੀ ਦੇ ਵਿੱਚੋਂ ਹੀ ਸਮਝਣਾ ਪਏਗਾ ਗੁਰੂ ਦੇ ਚਰਨ ਕਿਹੜੇ ਨੇ। ਮੈਂ ਬਾਰ-ਬਾਰ ਬੇਨਤੀ ਕਰਦਾ, ਬਹੁਤ ਵਾਰੀ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਸਭ ਤੋਂ ਪਹਿਲਾਂ ਤੇ ਇਹ ਸਮਝੋ ਕਿ ਸਿੱਖ ਦਾ ਗੁਰੂ ਕੌਣ ਹੈ। ਆਪਾਂ ਰੋਜ਼ ਹੀ ਪੜ੍ਹਦੇ ਹਾਂ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਰੋਜ਼ ਪੜ੍ਹਦੇ ਹਾਂ ਸ਼ਬਦ ਗੁਰੂ ਸੁਰਤ ਧੁਨ ਚੇਲਾ। ਰੋਜ਼ ਪੜ੍ਹਦੇ ਹਾਂ ਆਵੋ ਸਿੱਖ ਸਤਿਗੁਰ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਇਹਦਾ ਮਤਲਬ ਵੀ ਸਿੱਖ ਦਾ ਗੁਰੂ ਗੁਰੂ ਸ਼ਬਦ ਹੈ। ਹੁਣ ਗੁਰੂ ਦੇ ਸ਼ਬਦ ਦੇ ਚਰਨ ਕਿਹੜੇ ਨੇ? ਗੁਰੂ ਰੂਪੀ ਸ਼ਬਦ ਦੇ ਚਰਨ ਕਿਹੜੇ ਨੇ? ਸਤਿਗੁਰ ਦੇ ਅੱਖਰ, ਗੁਰਮਤ ਦਾ ਗਿਆਨ। ਜੋ ਸ਼ਬਦ ਹੈ ਉਸ ਚਰਨ ਆ ਗੁਰੂ ਦੇ, ਜਿਹਦੇ ਵਿੱਚੋਂ ਅਸੀਂ ਸ਼ਬਦ ਦੇ ਰਾਹੀਂ ਗੁਰੂ ਜੀ ਦੇ ਦੀਦਾਰ ਕਰ ਰਹੇ ਹਾਂ। ਹੁਣ ਮਨ ਮੈਂ ਧਿਆਏ, ਕਹਿੰਦੇ ਆਪਣੇ ਮਨ ਵਿੱਚ ਟਿਕਾ ਲਾ ਪੂਰੀ ਸ਼ਰਧਾ ਬਣਾ ਕੇ, ਆਪਣੇ ਮਨ ਵਿੱਚ ਐਨ ਇਹਨੂੰ ਫਿੱਟ ਕਰ ਲਾ। ਕਿਉਂ ਭਲਾ? ਜਿਹੜੀ ਚੀਜ਼ ਮਨੁੱਖ ਦੀ ਪੋਕਟ ਵਿੱਚ ਹੋਵੇਗੀ ਉਹੀ ਕੰਮ ਆਵੇਗੀ ਨਾ। ਤੇ ਜੇ ਕੋਈ ਮਨੁੱਖ ਨੂੰ ਕਿਤੇ ਲੋੜ ਪੈ ਜੇ ਕਿਸੇ ਪਦਾਰਥ ਦੀ, ਤੇ ਮਨੁੱਖ ਆਖੇ ਕਿ ਮੇਰਾ ਘਰ ਪਿਆ ਹੈ, ਤੇ ਉਹ ਕਿਵੇਂ ਇਹਨੂੰ ਲਾਭਦਾਇਕ ਦੇਗਾ? ਇਵੇਂ ਹੀ ਜਦੋਂ ਗੁਰੂ ਸ਼ਬਦ ਨੂੰ ਅਸੀਂ ਤਾਂ ਕਹਿੰਦੇ ਹਾਂ ਕਿ ਇਹਨੂੰ ਕੰਠ ਕਰੋ, ਕੋਸ਼ਿਸ਼ ਕਰੋ ਗੁਰਬਾਣੀ ਨੂੰ
याद करन दी, गुरबाणी नूं जीवन विच वसाउण दी। सहज पाठ मतलब की है कि करदियां करदियां गुरबाणी जीभा ते चढ़न लग पवे, साडा उचारण वधिया होण लग पवे। गल कि हर वक्त गुरबाणी साडे अंग संग रहण लग पवे, साडे नाल खड़न लग पवे सतगुरु का शब्द। जदों किते लोड़ पवे, हुण किवें लोड़ पैंदी है, सपोज करो मैं किसी जॉब ते हाँ, हुण मैनूं कोई लालच दे रहा है, भाई तू इंज कर, आ ना मेरे वास्ते थोड़ा जिहा काम बेईमानी दा कर दे, आ मेरे कोल पेपर नहीं हैगे, तू इंज कर भी इन्हां कम्मां नूं बेईमानी दा कर दे, मैं तैनूं पूरे पैसे दूंगा, होर डबल दे दूंगा। हुण जे कोल सतगुर दी अंम੍ਰਿਤਮਈ शब्द गुरु दा सिद्धांत नहीं है, जे मन विच नहीं वसिया, तो मैं करप्शन करूँगा, बेईमानी वाले रस्ते ते तुर पाऊँगा। पर जे उस वक्त मेरे सतगुर दी बाणी मेरे मन विच घर कीती हुई है, मैं मन विच गुरु शब्द नूं हर वक्त टिका के रखिया होया है, तो उस वक्त शब्द गुरु कहणगे, हक पराया नानका उस सूअर उस गाय। मेरा गुरु समझावेगा, वो सिखा आ पराया हक ना खावी, आ बेईमानी ना करी, क्योंकि आ जिहड़ी बेईमानी दी कमाई लैके तू घर जावेगा ना, ते खाणगे तेरे बच्चे, तेरा परिवार, वो भी बेईमान बन जाणगे। इसे करके साहिब कहंदे मन विच हर वक्त वसा के रख, तेरा कदम, तेरा पैंडा, तेरा रस्ते ते चलिया होया एक एक कदम बिखर ना जावे किते। असी कादे वास्ते धन कमा रहे हैं? किसी नूं पुछो कि तू इन्ना पैसा बेईमानी का इकट्ठा कर रहे हैं, दिन रात कर रहे हैं, कादे वास्ते? तो वह बड़ा एक स्पष्ट जिहा जवाब है, अपने बच्चों वास्ते, अपने परिवार वास्ते। तो जे बेईमानी का धन खटिया बच्चों वास्ते लाहेदा है, तो जे ईमानदारी नाल सच दे रस्ते ते तुर पो कि बच्चों नूं लाह नहीं मिलेगा। एक गल चेते रखियो, बेईमानी का धंधा घर दे विच जदों जांदा है ते घर बेईमान बन जाता है, धोखा बन जाता है, फरेब बन जाता है, एक दूसरे दे खून दे प्यासे बन जाते हैं। ते जदों घर दे विच गुरु शब्द जाता है, जिस घर दे विच सतगुर दी बाणी जाती है, जिस घर दे विच सतगुर दे बख्शे हुए सिद्धांत जाते ने, जिस घर दे विच सच चलता है, जिस घर दे विच ईमानदारी चलती है, उत्थे एक दूसरे दे प्रति पूरी वफादारी है, एक दूसरे नाल प्यार है, एक दूसरे दे प्रति सत्कार है, एक दूसरे दीयां भावनावां दी कदर है। वो घर स्वर्ग है, क्योंकि उत्ते सतगुरु वसदा है, उत्ते सतगुरु दा शब्द वसदा है, उत्ते सतगुरु दी बाणी वसदी है। ते जिस परिवार दे विच माता पिता अपने बच्चों नूं गुरबाणी दीयां लोरीआं नाल वड्डा करदे आ ना, कल नूं वो बच्चे जे डॉक्टर बन, इंजीनियर बन, वो बेईमान नहीं होणगे, वो ठग नहीं होणगे, क्योंकि उन्हां दे वास्ते उन्हां दे माता पिता रोल मॉडल रहे ने। उन्हां ने देखिया ना साडे माँ ने कदी झूठ बोलिया, ना साडे बाप ने कदी गद्दारी कीती, ना कदी साडे परिवार दे विच कदी गंदगी आई। असी सतगुर दे सिख हां, गुरबाणी रोज़ पढ़दे हां, फिर उन्हां दे जीवन विचों गुरबाणी दे दर्शन होणगे। ये ने गुरु दे शब्द नूं मन विच टिकाउणा। गुर के चरण मन में ध्याए, सतगुर दे शब्द रूपी चरनां नूं अपने मन दे विच टिका के रख। भाव आ जिहड़ी आपां रोज़ गुरु शब्द दी विचार कर रहे हां ना, ये इसे करके है कि रोज़ एक शब्द साडे पल्ले पैण लग पवे, हर वक्त एक शब्द गुरु ग्रंथ साहिब दा साडे जीवन विच वसण लग पवे। ते जदों साडे जीवन विच आवेगा ना, तो फिर की होवेगा? हौमे जीवन विचों खत्म हो जाएगी, बड़ी शरधा दे नाल गुरु ते भरोसा बढ़ जाएगा, विश्वास बढ़ जाएगा। तो साहिब जी अगलियां पंक्तियां च कृपा कर रहे ने, छोड़ सगल सियाणपां साच शब्द लिव लाए रहाओ। मनुख दियां चतुराइयां, मनुख दा अहंकार, मनुख दी हौमे, इनू गुरु नाल जुड़न नहीं दिंदी। जब तक इहदे विच ईगो आ ना, ये एरोगेंट रहेगा, इहदे विच अहंकार प्रबल है, इहदे अंदर हौमे प्रबल है, इहदियां विचारां विच मैल रहेगी, इहदे ख्यालां विच मैल रहेगी। गल कि इहदे अंदर गंदगी ही गंदगी जाएगी, क्योंकि सब तो पहली गल इहदे अंदर अहंकार है, हौमे है।
ਤੋ ਸਾਹਿਬ ਕਹਿੰਦੇ ਛੋੜ ਸਗਲ ਸਿਆਣਪਾਂ। ਮਨੁੱਖ ਸਭ ਤੋਂ ਪਹਿਲੀ ਗੱਲ ਇਹ ਕਰ ਕਿ ਆਪਣੀਆਂ ਸਿਆਣਪਾਂ ਤੇ ਚਤੁਰਾਈਆਂ ਛੱਡ ਦੇ, ਕਿਉਂਕਿ ਸਿਆਣਪ ਤੇ ਚਤੁਰਾਈਆਂ ਮਨੁੱਖ ਦੇ ਅੰਦਰ ਦੁਬਿਧਾ ਪੈਦਾ ਕਰਦੀ ਹੈ। ਤੇ ਕਨਫਿਊਜ਼ਨ ਜਿੱਥੇ ਹੁੰਦੀ ਹੈ ਨਾ, ਜਿੱਥੇ ਦੁਬਿਧਾ ਆ ਜਾਂਦੀ ਹੈ, ਉੱਥੇ ਫੈਸਲਾ ਨਹੀਂ ਮਨੁੱਖ ਸਹੀ ਲੈ ਪਾਉਂਦਾ। ਹੁਣ ਇੱਕ ਡਾਕਟਰ ਆਪਰੇਟ ਕਰ ਰਿਹਾ ਹੈ ਤੇ ਉਹ ਦੁਬਿਧਾ ਵਿੱਚ ਪੈ ਜਾਵੇ, ਮੈਂ ਆਹ ਨਾੜੀ ਵੱਢਾਂ ਕਿ ਆਹ ਗੱਲ ਕਰਾਂ, ਇੱਥੋਂ ਪਾੜਾਂ, ਉਹ ਆਪਰੇਸ਼ਨ ਕਰੇਗਾ? ਕਦੀ ਵੀ ਨਹੀਂ ਕਰੇਗਾ। ਉਹ ਬਿਲਕੁਲ ਕੌਨਫੀਡੈਂਟ ਹੋਣਾ ਚਾਹੀਦਾ ਹੈ ਕਿ ਜੋ ਮੈਂ ਟਰੀਟਮੈਂਟ ਦੇ ਰਿਹਾ ਇਹ 100% ਸਹੀ ਹੈ, ਤਾਂ ਉਹ ਆਪਰੇਸ਼ਨ ਦੇ ਵਿੱਚ ਕਾਮਯਾਬ ਹੋਵੇਗਾ। ਸਾਡੀ ਜ਼ਿੰਦਗੀ ਵਿੱਚ ਬਹੁਤ ਕਨਫਿਊਜ਼ਨਸ ਨੇ, ਅਸੀਂ ਹਰ ਵਕਤ ਕਨਫਿਊਜ਼ ਹਾਂ। ਇਹ ਪਖੰਡੀਆਂ, ਡੇਰੇਦਾਰਾਂ, ਜੋਤਸ਼ੀਆਂ ਦੇ ਕੋਲ ਕੌਣ ਜਾ ਰਹੇ ਨੇ? ਜਿਹੜੇ ਕਨਫਿਊਜ਼ ਨੇ, ਜਿਨ੍ਹਾਂ ਨੂੰ ਆਪਣੀ ਲਾਈਫ ਦੀ ਸਹੀ ਤਰੀਕੇ ਨਾਲ ਜ਼ਿੰਦਗੀ ਜਿਉਣ ਦਾ ਢੰਗ ਹਜੇ ਪਤਾ ਨਹੀਂ ਲੱਗਾ। ਉਹੀ ਆ ਜੋਤਸ਼ੀਆਂ ਦੇ ਕੋਲ, ਕਰਮਕਾਂਡੀਆਂ ਦੇ ਕੋਲ, ਪਖੰਡੀਆਂ ਕੋਲ ਜਾ ਰਹੇ ਨੇ। ਉਹ ਲੋਕ ਜਿਨ੍ਹਾਂ ਕੋਲ ਜਾ ਰਹੇ ਨੇ ਉਹ ਵੀ ਕਨਫਿਊਜ਼ ਨੇ, ਕਿਉਂਕਿ ਉਹਨਾਂ ਨੂੰ ਖੁਦ ਨੂੰ ਨਹੀਂ ਪਤਾ ਕਿ ਇਹਨਾਂ ਨੂੰ ਪਰੇਸ਼ਾਨੀ ਕੀ ਹੈ। ਇਸੇ ਕਰਕੇ ਤਾਣਾ ਪੇਟਾ ਗਲਤ ਹੁੰਦਾ ਜਾ ਰਿਹਾ ਹੈ। ਸਤਿਗੁਰੂ ਦੇ ਬਿਲਕੁਲ ਸਾਫ਼ ਸ਼ਬਦ ਨੇ, ਛੋੜ ਸਗਲ ਸਿਆਣਪਾਂ, ਬਿਲਕੁਲ ਸਾਫ਼ ਬਚਨ ਨੇ। ਸਭ ਕਹਿੰਦੇ ਆਪਣੀਆਂ ਸਿਆਣਪਾਂ, ਆਪਣੀਆਂ ਚਤੁਰਾਈਆਂ, ਆਪਣੀਆਂ ਜਿਹੜੀਆਂ ਤੇਰੀਆਂ ਅੰਦਰ ਜਿਹੜੀ ਕਲੈਰਿਟੀ, ਤੂੰ ਕਲੈਵਰਲਿਟੀ ਜਿਹਨੂੰ ਕਹਿੰਦੇ ਕਲੈਵਰ ਬਣਨਾ, ਇਹ ਤੂੰ ਆਪਣੇ ਵਿੱਚੋਂ ਕੱਢ ਦੇ। ਸਾਜ ਸ਼ਬਦ ਲਿਵ ਲਾਏ, ਇਮਾਨਦਾਰੀ ਨਾਲ ਸਦਾ ਰਹਿਣ ਵਾਲੇ ਸੱਚੇ ਗੁਰੂ ਸ਼ਬਦ ਦੇ ਨਾਲ ਆਪਣੀ ਸਾਂਝ ਪਾ ਲਾ। ਗੁਰੂ ਜੀ ਨਾਲ ਸਾਂਝ ਪਾ ਲਾ। ਸਤਿਗੁਰ ਨੂੰ ਪੁੱਛ, ਗੁਰਮਤਿ ਨੂੰ ਪੁੱਛ, ਸਤਿਗੁਰ ਨੂੰ ਪੁੱਛ ਕੇ ਆਪਣੇ ਜੀਵਨ ਨੂੰ ਚੱਲ। ਤੇਰੀ ਜ਼ਿੰਦਗੀ ਦੇ ਵਿੱਚੋਂ ਸਾਰੀਆਂ ਬੁਰਾਈਆਂ ਖਤਮ ਹੋ ਜਾਣਗੀਆਂ। ਛੋੜ ਸਗਲ ਸਿਆਣਪਾਂ, ਆਪਣੀਆਂ ਸਾਰੀਆਂ ਚਤੁਰਾਈਆਂ ਛੱਡ ਦੇ। ਬਹੁਤ ਔਖਾ ਜੀ। ਮਨੁੱਖ ਨੂੰ ਸਾਰੀ ਉਮਰ ਇੱਕ ਵਹਿਮ ਰਹਿੰਦਾ ਹੈ। ਆਮ ਕਰਕੇ ਤੁਸੀਂ ਲੋਕਾਂ ਦੇ ਮੂੰਹ 'ਚੋਂ ਇੱਕ ਬੋਲ ਸੁਣੇ ਹੋਣਗੇ, ਮੈਂ ਇੰਨਾ ਸਿਆਣਾ, ਮੈਂ ਇੰਨਾ ਸਮਝਦਾਰ, ਇਹਨੇ ਮੈਨੂੰ ਕਦਰ ਨਹੀਂ ਕੀਤੀ ਮੇਰੀ। ਇਹਦਾ ਮਤਲਬ ਵੀ ਮੈਂ ਚਾਹੁੰਦਾ ਵੀ ਮੇਰੀ ਸਿਆਣਪ ਦੀ ਡੰਕਾ ਵੱਜੇ ਤੇ ਮੇਰੇ ਸਿਆਣਪ ਦੇ ਲੋਕੀ ਮੇਰੇ ਅੱਗੇ ਸਿਰ ਝੁਕਾਉਣ। ਹੁਣ ਜੇ ਕੋਈ ਮੇਰੀ ਸਿਆਣਪ ਤੇ ਚਤੁਰਾਈ ਨੂੰ ਨਹੀਂ ਅਜ਼ਮਾਉਂਦਾ, ਨਹੀਂ ਉਹ ਮੇਰੇ ਨੂੰ ਐਕਸੈਪਟ ਕਰਦਾ, ਤੇ ਮੈਨੂੰ ਗੁੱਸਾ ਚੜ੍ਹਦਾ ਹੈ। ਅੱਜ ਸਿਆਣਾ ਹੋਣਾ ਹੀ ਸਭ ਤੋਂ ਖਤਰੇ ਦੀ ਘੰਟੀ ਹੈ। ਜਿਹੜਾ ਮਨੁੱਖ ਜ਼ਿਆਦਾ ਸਿਆਣਾ ਬਣਦਾ ਨਾ, ਉਹ ਹਮੇਸ਼ਾ ਹੀ ਗਲਤ ਰਸਤੇ 'ਤੇ ਤੁਰ ਪੈਂਦਾ ਹੈ। ਅਤੇ ਜਿਹੜਾ ਮਨੁੱਖ ਭੋਲੇ ਭਾਵ ਵਿੱਚ ਰਹਿੰਦਾ ਹੈ, ਜਿਹਦੇ ਅੰਦਰ ਜੀਵਨ ਵਿੱਚ ਮਿਠਾਸ ਹੈ, ਆਤਮ ਨਿਮਰਤਾ ਦਾ ਜੀਵਨ ਹੈ, ਜੋ ਪਿਆਰ ਅਤੇ ਹਲੀਮੀ ਵਿੱਚ ਆਪਣੀ ਜ਼ਿੰਦਗੀ ਜਿਉਂਦਾ ਹੈ, ਉਹਦੇ ਅੰਦਰ ਦੇਖਿਓ ਕਿੰਨਾ ਬਦਲਾਵ ਆਉਂਦਾ ਹੈ। ਸਾਡਾ ਜੀਵਨ ਦੋ ਤਰੀਕੇ ਦਾ ਹੈ। ਇੱਕ, ਅਸੀਂ ਉਹਨਾਂ ਲੋਕਾਂ ਵਾਸਤੇ ਮਿੱਠਾ ਬੋਲ ਰਹੇ ਹਾਂ ਜਿਨ੍ਹਾਂ ਤੋਂ ਸਾਡਾ ਸਵਾਰਥ ਹੈ, ਸਾਨੂੰ ਉਹਨਾਂ ਦੇ ਅਵਗੁਣ ਨਜ਼ਰ ਆਉਂਦੇ ਨੇ, ਪਰ ਅਸੀਂ ਚੁੱਪ ਕਰਕੇ ਬੈਠੇ ਹਾਂ, ਭਾਈ ਆਹ ਸਵਾਰਥ ਇੱਕ ਵਾਰੀ ਪੂਰਾ ਹੋ ਜੇ ਮੈਂ ਫਿਰ ਸੱਚ ਬੋਲੂੰਗਾ। ਸਭ ਕਹਿੰਦੇ ਨਹੀਂ, ਇੰਜ ਨਹੀਂ ਭਾਈ, ਇੰਜ ਨਹੀਂ। ਤੂੰ ਜੇ ਗੁਰੂ ਤੇ ਭਰੋਸਾ ਰੱਖੇਗਾ ਨਾ, ਵਿਸ਼ਵਾਸ ਰੱਖੇਗਾ ਨਾ ਪ੍ਰਮਾਤਮਾ ਤੇ, ਫਿਰ ਭਾਈ ਝੂਠ ਨੂੰ ਝੂਠ ਕਹਿਣ ਦੀ ਤੇਰੇ ਅੰਦਰ ਤਾਕਤ ਪੈਦਾ ਹੋ ਜਾਵੇਗੀ। ਫਿਰ ਤੂੰ ਆਹ ਨਹੀਂ ਸੋਚੇਗਾ ਵੀ ਆਹ ਮੇਰਾ ਸਵਾਰਥ ਪੂਰਾ ਹੋ ਜੇ ਤੇ ਮੈਂ ਫਿਰ ਗੱਲ ਕਰੂੰ, ਨਹੀਂ। ਫਿਰ ਗਲਤ ਨੂੰ ਗਲਤ ਕਹਿਣ ਦੀ ਤੇਰੇ ਅੰਦਰ ਹਿੰਮਤ ਪੈਦਾ ਹੋ ਜਾਵੇਗੀ। ਇਹ ਉਦੋਂ ਪੈਦਾ ਹੋਵੇਗੀ ਜਦੋਂ ਤੂੰ ਆਪਣੀਆਂ ਚਤੁਰਾਈਆਂ, ਆਪਣੀਆਂ ਸਿਆਣਪਾਂ ਸਾਈਡ 'ਤੇ ਰੱਖ ਦੇਵੇਂਗਾ ਤੇ ਸਮਰਪਣ ਕਰ ਦੇਵੇਂਗਾ ਸਤਿਗੁਰੂ ਨੂੰ ਕਿ ਸਤਿਗੁਰੂ ਜੀ, ਮੈਂ ਤੁਹਾਡੀ ਰਜ਼ਾ 'ਚ ਚੱਲਣਾ ਹੈ। ਬੜਾ ਸੁੱਖ ਜੇ ਰਜ਼ਾ 'ਚ। ਕੋਈ ਮਨੁੱਖ ਅਰਬਾਂ ਡਾਲਰ ਇਕੱਠੇ ਕਰ ਲਵੇ ਨਾ, ਉਹ ਸਕੂਨ 'ਚ ਤਾਂ ਵੀ ਨਹੀਂ ਰਹੇਗਾ। ਕਿਉਂਕਿ ਕੋਈ ਵੱਡੀ ਤੋਂ ਵੱਡੀ ਅਚੀਵਮੈਂਟ ਪ੍ਰਾਪਤ ਕਰ ਲਵੇ ਨਾ, ਪਰ ਜੇ ਉਹਦੇ ਅੰਦਰ ਸਕੂਨ ਨਹੀਂ, ਉਹ ਅਚੀਵਮੈਂਟ ਕਿਸੇ ਕੰਮ ਦੀ ਨਹੀਂ। ਇੱਕ ਸੰਤੋਖ ਦੇ ਰਸਤੇ 'ਤੇ ਤੁਰਨ ਵਾਲਾ ਹੈ, ਸਬਰ ਸਾਬਰੀ ਨੂੰ ਅਪਣਾਉਣ ਵਾਲਾ ਹੈ, ਇੱਕ ਬਿਲਕੁਲ ਸਹੀ ਰਸਤਾ ਅਪਣਾਉਣ ਵਾਲਾ ਹੈ। ਕਦੀ ਉਹ ਜੀਵਨ 'ਚ ਬੇਈਮਾਨੀ ਨਹੀਂ ਕਰ ਰਿਹਾ, ਕਿਸੇ ਨੂੰ ਧੋਖਾ ਨਹੀਂ ਦੇ ਰਿਹਾ, ਕਿਸੇ ਨਾਲ ਝੂਠ ਨਹੀਂ ਬੋਲ ਰਿਹਾ, ਕਿਸੇ ਨਾਲ ਗਦਾਰੀ ਨਹੀਂ ਕਰ ਰਿਹਾ। ਉਹਦਾ ਰਸਤਾ ਬੜਾ ਸੌਖਾ, ਬੜਾ ਸਪਸ਼ਟ ਹੈ। ਉਹਨੂੰ ਕਿਸੇ ਉਹਦੀ ਹੌਲੀ ਹੌਲੀ ਉਹਦੀ ਜੀਵਨ ਦੀ ਜਿਹੜੀ ਪਰਸਨੈਲਿਟੀ ਆ ਨਾ, ਉਹ ਇੰਨੀ ਪ੍ਰਭਾਵਸ਼ਾਲੀ ਹੈ। ਉਹ ਕਿਸੇ ਦੇ ਸਾਹਮਣੇ ਜਾ ਕੇ ਖਲੋਊਗਾ ਨਾ, ਉਹਦੀਆਂ ਵਾਈਬਸ ਦੂਸਰੇ ਉੱਪਰ ਅਸਰ ਕਰ ਦੇਣਗੀਆਂ। ਉਹਨੂੰ ਬੋਲਣ ਦੀ ਲੋੜ ਨਹੀਂ, ਕਿਉਂਕਿ ਉਹਦੀ ਪਰਸਨੈਲਿਟੀ ਬੋਲਦੀ ਹੈ, ਉਹਦਾ ਚਿਹਰਾ ਬੋਲਦਾ ਹੈ ਕਿ ਇਹ ਮਨੁੱਖ ਗਦਾਰ ਨਹੀਂ ਹੋ ਸਕਦਾ, ਇਹ ਝੂਠਾ ਨਹੀਂ ਹੋ ਸਕਦਾ, ਇਹ ਬੇਈਮਾਨ ਨਹੀਂ ਹੋ ਸਕਦਾ, ਇਹ ਧੋਖੇਬਾਜ਼ ਨਹੀਂ ਹੋ ਸਕਦਾ। ਅਤੇ ਜਿਹੜਾ ਮਨੁੱਖ ਝੂਠ ਅਤੇ ਬੇਈਮਾਨੀ ਨਾਲ ਭਰਿਆ ਪਿਆ ਹੈ ਨਾ,
ਕਿਤੇ ਉਹਦੇ ਵੀ ਦਰਸ਼ਨ ਕਰਕੇ ਦੇਖ ਲਿਓ, ਤੁਹਾਡਾ ਮਨ ਤੁਰੰਤ ਕਹਿ ਦੇਗਾ ਇਹ 'ਤੇ ਭਰੋਸਾ ਨਾ ਕਰੀ, ਬੇਈਮਾਨ ਹੈ, ਧੋਖੇਬਾਜ਼ ਹੈ। ਕਿਉਂਕਿ ਜਿੱਥੇ ਸਿਆਣਪਾਂ ਨੇ, ਜਿੱਥੇ ਚਤੁਰਾਈਆਂ ਹੋਣਗੀਆਂ, ਉੱਥੇ ਮਨੁੱਖ ਕਦੀ ਸੁਖੀ ਨਹੀਂ ਰਹੇਗਾ। ਤੋ ਸਾਹਿਬ ਕਹਿੰਦੇ ਜੇ ਸੁੱਖ ਚਾਹੁੰਨਾ ਛੋੜ ਸਗਲ ਸਿਆਣਪਾਂ, ਸਾਚ ਸ਼ਬਦ ਲਿਵ ਲਾਏ। ਅੱਜ ਜੋਤਸ਼ੀਆਂ ਦੇ ਕੋਲੋਂ ਇਹ ਧਾਗੇ ਟੂਣੇ ਤੰਤਰ ਮੰਤਰ ਘੁੰਮੋ ਕਰਾਉਣੇ, ਇਕੋਤਰੀਆਂ ਕਰਾਉਣੀਆਂ, ਅੱਜ ਛੱਡਦੇ ਸਾਰੇ ਪਖੰਡ। ਸਦਾ ਅਟਲ ਰਹਿਣ ਵਾਲੇ ਸਤਿਗੁਰੂ ਗੁਰੂ ਸ਼ਬਦ ਨੂੰ ਇੱਕ ਲਿਵਤਾਰ ਆਪਣੇ ਜੀਵਨ ਵਿੱਚ ਵਸਾ, ਕਿਉਂਕਿ ਸ਼ਬਦ ਦੇ ਨਾਲ ਹੀ ਸੱਚੇ ਪ੍ਰਮਾਤਮਾ ਨੂੰ ਜਾਣਿਆ ਤੇ ਸਮਝਿਆ ਜਾ ਸਕਦਾ ਹੈ। ਰਹਾਉ, ਇਹ ਰਹਾਉ ਦੀਆਂ ਪੰਕਤੀਆਂ ਨੇ। ਪਹਿਲਾ ਬੰਦ ਹੈ ਪਾਵਨ ਸ਼ਬਦ ਦਾ। ਸਾਹਿਬ ਜੀ ਬੜੀ ਦ੍ਰਿੜਤਾ ਨਾਲ ਗੱਲ ਸਮਝਾ ਰਹੇ ਨੇ, ਧਿਆਨ ਦੇਣਾ। ਕਰਨ ਕਾਰਨ ਏਕ ਉਹੀ ਜਿਨ ਕੀਆ ਆਕਾਰ। ਹੁਣ ਰਹਾਉ ਦੀ ਪੰਕਤੀ ਵਿੱਚ ਕਹਿੰਦੇ ਸਿਆਣਪਾਂ ਛੱਡਦੇ, ਭਰੋਸਾ ਪ੍ਰਮਾਤਮਾ ਤੇ ਰੱਖ, ਸ਼ਬਦ ਨੂੰ ਗੁਰੂ ਜੀ ਨੂੰ ਆਪਣੇ ਜੀਵਨ ਵਿੱਚ ਵਸਾ। ਹੁਣ ਅਗਲੀ ਗੱਲ ਉਹ ਰਹਾਉ ਦੇ ਬੰਦ ਦੇ ਉਹਨੂੰ ਹੋਰ ਜ਼ਿਆਦਾ ਡਿਸਕ੍ਰਾਈਬ ਕਰਦਿਆਂ ਹੋਇਆਂ, ਹੋਰ ਗੱਲ ਮਨੁੱਖ ਨੂੰ ਸਮਝਾਉਂਦਿਆਂ ਹੋਇਆਂ ਪਹਿਲਾ ਬੰਦ ਇਸੇ ਪੜਾਵ ਤੇ ਅੰਕਿਤ ਕਰ ਰਹੇ ਨੇ। ਕਹਿੰਦੇ ਕਰਨ ਕਾਰਨ ਏਕ ਉਹੀ, ਜੋ ਵੀ ਕਾਰਨ ਬਣਾਉਣ ਵਾਲਾ ਵੀ ਪ੍ਰਮਾਤਮਾ ਹੈ, ਸਭ ਕੁਝ ਕਰਨ ਕਰਾਉਣ ਵਾਲਾ ਵੀ ਅਕਾਲ ਪੁਰਖ ਹੈ। ਜੇ ਕੋਈ ਵਿਦੇਸ਼ਾਂ 'ਚ ਬੈਠਾ ਹੈ ਜਾਂ ਦੇਸ਼ਾਂ 'ਚ ਬੈਠਾ, ਆਪਣੇ ਜੀਵਨ 'ਚ ਝਾਤੀ ਕਿਤੇ ਮਾਰ ਲਿਓ। ਜੋ ਕੁਝ ਬਣੇ ਨੇ ਨਾ, ਕਾਰਨ ਬਣੇ ਨੇ ਜਿਨ੍ਹਾਂ ਕਰਕੇ ਅਸੀਂ ਪ੍ਰਦੇਸ਼ਾਂ ਦੇ ਵਿੱਚ ਬੈਠੇ ਹਾਂ ਜਾਂ ਦੇਸ਼ਾਂ 'ਚ ਬੈਠੇ ਹਾਂ। ਆਪ ਜਿੰਨਾ ਮਰਜ਼ੀ ਜ਼ੋਰ ਲਾ ਲਓ, ਜਿੰਨਾ ਮਰਜ਼ੀ ਤੁਸੀਂ ਆਪਣੇ ਤੰਤਰ ਮੰਤਰ ਟੇਵੇ ਛੇਵੇ, ਜਿੰਨਾ ਮਰਜ਼ੀ ਤਾਣਾ ਪੇਟਾ ਬੁਣ ਲਓ, ਹੋਣਾ ਉਦਣ ਆ ਜਿੱਦਣ ਪਰਮਾਤਮਾ ਦਾ ਹੁਕਮ ਹੋਣਾ ਹੈ। ਸਮੇਂ ਤੋਂ ਪਹਿਲਾਂ ਨਾ ਕਦੀ ਹੋਇਆ ਤੇ ਨਾ ਹੋਣਾ ਹੈ। ਤੁਸੀਂ ਜੋ ਮਰਜ਼ੀ ਕਰ ਲਓ। ਫਿਰ ਜੇ ਹੋਣਾ ਹੀ ਪਰਮਾਤਮਾ ਦੇ ਹੁਕਮ 'ਚ ਹੈ, ਫਿਰ ਉਹਦੀ ਮਰਜ਼ੀ ਨੂੰ ਅਪਣਾਉਣ ਲੱਗਿਆਂ ਡਰ ਕਾਹਦਾ? ਉਹਦੀ ਅੱਗੇ ਹੁਕਮ ਦੇ ਅੱਗੇ ਸਿਰ ਨਿਵਾਉਣ ਲੱਗਿਆਂ ਡਰ ਕਾਹਦਾ? ਜਿੱਦਣ ਉਹਦੇ ਅੱਗੇ ਸਮਰਪਣ ਕਰ ਦਿੱਤਾ, ਸਕੂਨ ਹੋ ਜਾਵੇਗਾ, ਸ਼ਾਂਤੀ ਆ ਜਾਵੇਗੀ ਮਨ 'ਚ। ਕਿਉਂਕਿ ਇਹ ਗੱਲ ਸਾਹਿਬ ਕਹਿੰਦੇ ਬਿਲਕੁਲ ਪੱਕੇ ਤਰੀਕੇ ਨਾਲ ਆਪਣੇ ਮਨ ਵਿੱਚ ਘਰ ਕਰ ਲਾ। ਕਰਨ ਕਾਰਨ ਏਕ ਉਹੀ, ਜਿਸ ਪ੍ਰਮਾਤਮਾ ਨੇ ਇਹ ਸਾਰਾ ਸੰਸਾਰ ਬਣਾਇਆ, ਜਿਨ ਕੀਆ ਆਕਾਰ, ਜਿਨੇ ਬੌੜੀਆਂ ਬਣਾਈਆਂ। ਆਕਾਰ ਦਾ ਅਰਥ ਹੈ ਜਿਨੇ ਸਰੀਰ ਬਣਾਏ, ਜਿਨੇ ਸਾਰਾ ਦਿਸਦਾ ਜਗਤ ਬਣਾਇਆ, ਜੋ ਅਸੀਂ ਆਪਣੀ ਇਹਨਾਂ ਅੱਖਾਂ ਦੇ ਨਾਲ ਵੇਖ ਰਹੇ ਹਾਂ। ਸਾਹਿਬ ਕਹਿੰਦੇ ਸਿਰਫ ਉਹੀ ਹੈ ਜੋ ਸ੍ਰਿਸ਼ਟੀ ਨੂੰ ਰਚਣ ਵਾਲਾ ਹੈ, ਉਹੀ ਸਾਰੇ ਕਾਰਨ ਬਣਾਉਣ ਵਾਲਾ ਹੈ, ਉਹੀ ਸਾਰਾ ਸਮਾਂ ਬਣਾਉਣ ਵਾਲਾ ਹੈ। ਤਿਸੇ ਧਿਆਵੋ ਮਨ ਮੇਰੇ ਸਰਬ ਕੋ ਆਧਾਰ। ਫਿਰ ਹੇ ਮੇਰੇ ਮਨ, ਆ ਜਣੇ ਖਣੇ ਦੀਆਂ ਚਾਪਲੂਸੀਆਂ ਛੱਡ ਕੇ, ਆ ਸੰਸਾਰੀ ਲੋਕਾਂ ਦੀਆਂ ਗੁਲਾਮੀਆਂ ਛੱਡ ਕੇ, ਉਸ ਸੱਚੇ ਅਕਾਲ ਪੁਰਖ ਦਾ ਹੀ ਚਿੰਤਨ ਕਰ, ਉਹਦਾ ਹੀ ਆਸਰਾ ਭਾਲ, ਜੋ ਸਾਰਿਆਂ ਜੀਵਾਂ ਦਾ ਆਸਰਾ ਹੈ, ਜੋ ਸਾਰਿਆਂ ਜੀਵਾਂ ਦਾ ਆਧਾਰ ਹੈ, ਜੋ ਸਾਰਿਆਂ ਜੀਵਾਂ ਨੂੰ ਚਲਾਉਣ ਵਾਲਾ ਹੈ। ਗੁਰ ਕੇ ਚਰਨ ਮਨ ਮੈਂ ਧਿਆਏ। ਇਸ ਕਰਕੇ ਸਤਿਗੁਰੂ ਗੁਰੂ ਸ਼ਬਦ ਦੇ ਚਰਨ ਭਾਵ ਗੁਰੂ ਦੇ ਸ਼ਬਦਾਂ ਨੂੰ, ਸ਼ਬਦ ਰੂਪੀ ਚਰਨਾਂ ਨੂੰ ਆਪਣੇ ਮਨ ਦੇ ਵਿੱਚ ਚਿਤਵਿਆ ਕਰ, ਮਨ ਵਿੱਚ ਧਿਆਇਆ ਕਰ, ਸ਼ਬਦ ਦੀ ਵਿਚਾਰ ਕਰਿਆ ਕਰ। ਛੋੜ ਸਗਲ ਸਿਆਣਪਾਂ, ਸਾਚ ਸ਼ਬਦ ਲਿਵ ਲਾਏ। ਤੇ ਜਦੋਂ ਸ਼ਬਦ ਵਿੱਚ ਜੁੜੇਗਾ ਨਾ, ਸਿਆਣਪਾਂ ਮਿਟਦੀਆਂ ਜਾਣਗੀਆਂ, ਚਤੁਰਾਈਆਂ ਖਤਮ ਹੁੰਦੀਆਂ ਜਾਣਗੀਆਂ, ਤੇ ਸ਼ਬਦ ਦੇ ਵਿੱਚ ਸੁਰਤ ਜੋੜਿਆਂ ਅਕਾਲ ਪੁਰਖ ਦੇ ਨਾਲ ਪ੍ਰੀਤ ਬਣਦੀ ਜਾਵੇਗੀ। ਜੀਵਨ ਦਾ ਮਾਲਕ ਅਕਾਲ ਪੁਰਖ ਸਹਾਰਾ ਬਣਦਾ ਜਾਵੇਗਾ, ਉਹਦੇ ਉੱਤੇ ਭਰੋਸਾ ਤੇ ਵਿਸ਼ਵਾਸ ਵੱਜਦਾ ਜਾਵੇਗਾ। ਰਹਾਓ। ਅਗਲ ਦਾ ਬੰਦ ਹੈ, ਖਿਮਾ ਕਰਨਾ, ਸਿਹਤ ਥੋੜੀ ਜਿਹੀ ਖਰਾਬ ਚੱਲ ਰਹੀ ਕਈ ਦਿਨਾਂ ਤੋਂ, ਮੈਂ ਮਾਫੀ ਚਾਹੁੰਦਾ ਜੇ ਕੋਈ ਡਿਸਟਰਬੈਂਸ ਹੋਵੇ ਤੇ। ਦੁੱਖ ਕਲੇਸ਼ ਨਾ ਭਉ ਵਿਆਪੈ, ਗੁਰ ਮੰਤਰ ਹਿਰਦੈ ਹੋਏ। ਕਿੰਨੇ ਪਿਆਰੇ ਬਚਨ ਨੇ। ਸਾਹਿਬ ਕਹਿੰਦੇ ਜਿਸ ਮਨੁੱਖ ਦੇ ਹਿਰਦੇ ਰੂਪੀ ਘਰ ਦੇ ਵਿੱਚ ਗੁਰੂ ਦੇ ਉਪਦੇਸ਼ ਵਸ ਜਾਣ, ਜਿਸ ਮਨੁੱਖ ਦੇ ਹਿਰਦੇ ਵਿੱਚ ਗੁਰੂ ਜੀ ਦੇ ਉਪਦੇਸ਼, ਗੁਰੂ ਮੰਤਰ ਦਾ ਅਰਥ ਹੈ ਗੁਰੂ ਦੇ ਉਪਦੇਸ਼, ਹਿਰਦੈ ਹੋਏ, ਜਿਸ ਦੇ ਹਿਰਦੇ ਵਿੱਚ ਗੁਰੂ ਦੇ ਉਪਦੇਸ਼ ਵਸ ਜਾਣ,
ਜੋ ਗੁਰੂ ਦੇ ਦੱਸੇ ਉਪਦੇਸ਼ਾਂ ਦੇ ਮੁਤਾਬਕ ਆਪਣਾ ਜੀਵਨ ਤੋਰਨ ਲੱਗ ਪਵੇ, ਜਿਉਣ ਲੱਗ ਪਵੇ, ਆਪਣੇ ਵਿੱਚੋਂ ਉਹ ਬੁਰਾਈਆਂ ਕੱਢ ਦੇਵੇ ਜੋ ਗੁਰੂ ਜੀ ਕਹਿੰਦੇ ਨੇ, ਤੇ ਸੱਚ ਨੂੰ ਸਮਾ ਲਵੇ। ਤੇ ਕਹਿੰਦੇ ਫਿਰ ਕੀ ਹੁੰਦਾ ਹੈ? ਦੁੱਖ ਕਲੇਸ਼ ਨਾ ਭਉ ਵਿਆਪੇ। ਉਹਦੇ ਜੀਵਨ ਵਿੱਚ ਕੋਈ ਫਿਰ ਦੁੱਖ ਨਹੀਂ ਹੋਵੇਗਾ, ਉਹਦੇ ਜੀਵਨ ਵਿੱਚੋਂ ਸਾਰੇ ਕਲੇਸ਼ ਮੁੱਕ ਜਾਣਗੇ ਤੇ ਸਾਰੇ ਡਰ ਮੁੱਕ ਜਾਣਗੇ। ਹੁਣ ਮਨੁੱਖ ਦੀ ਜ਼ਿੰਦਗੀ ਕਿੱਥੇ ਖਲੋਤੀ ਹੈ? ਮਨੁੱਖ ਦੁੱਖ ਦੇ ਵਿੱਚ ਹੈ। ਕਿਹੜੇ ਦੁੱਖਾਂ ਦੇ ਵਿੱਚ? ਜਿਹਨੂੰ ਇਹ ਆਪਣੇ ਸੰਸਾਰਿਕ ਜੀਵਨ ਵਿੱਚ ਜਿਉ ਰਿਹਾ ਹੈ। ਜਦ ਤੱਕ ਮਨੁੱਖ ਕੰਫਰਟ ਜ਼ੋਨ 'ਚ ਹੈ ਉਹ ਕਹਿੰਦਾ ਮੈਂ ਸੁਖੀ ਹਾਂ। ਜਦੋਂ ਕੰਫਰਟ ਜ਼ੋਨ 'ਚੋਂ ਬਾਹਰ ਨਿਕਲਦਾ ਕਹਿੰਦਾ ਮੈਂ ਦੁਖੀ ਹਾਂ। ਇੱਕ ਬੰਦੇ ਨੇ, ਉਹਦਾ ਨਿਸ਼ਾਨਾ ਹੈ ਮੈਂ ਓਲੰਪਿਕ ਦਾ ਤਗਮਾ ਜਿੱਤਣਾ, ਮੈਡਲ ਜਿੱਤਣਾ। ਉਹਦੀ ਜ਼ਿੰਦਗੀ ਦੇਖੋ, ਉਹਦੀ ਪ੍ਰੈਕਟਿਸ ਦੇਖੋ, ਉਹਦਾ ਅਭਿਆਸ ਦੇਖੋ, ਕਿੰਨਾ ਉਹਨੂੰ ਦੁੱਖ ਸਹਿਣਾ ਪੈ ਰਿਹਾ ਹੈ, ਕਿੰਨਾ ਕੋਚ ਉਹਨੂੰ ਮੈਂਟਲੀ ਟੌਰਚਰ, ਫਿਜ਼ੀਕਲ ਟੌਰਚਰ ਕਰਦਾ ਹੈ ਕਿ ਭਾਈ ਤੈਂ ਜੇ ਉੱਥੇ ਜਾਣਾ ਤੇ ਉਹਨਾਂ ਦੇ ਤੇਰੇ ਸਾਹਮਣੇ ਤੂੰ ਇਕੱਲਾ ਨਹੀਂ, ਤੇਰੇ ਤੋਂ ਵੀ ਧੁਅੰਤਰ ਬੈਠੇ ਨੇ ਜਿਨ੍ਹਾਂ ਨੇ ਬੜੀਆਂ ਸਟਰਗਲ ਕੀਤੀਆਂ ਨੇ, ਮਿਹਨਤਾਂ ਕੀਤੀਆਂ ਨੇ। ਭਾਈ ਤੈਨੂੰ ਇਹ ਦੁੱਖ ਸਹਿਣੇ ਪੈਣਗੇ ਜੇ ਮੰਜ਼ਿਲ ਤੇ ਜਾਣਾ ਹੈ। ਇਵੇਂ ਸਾਹਿਬ ਜੀ ਕਹਿੰਦੇ ਉਸ ਸੰਸਾਰ ਵਿੱਚ ਰਹਿਣ ਵਾਲੇ ਜੀਵ, ਆ ਜਿਹੜੇ ਪਰਚੇ ਪਏ ਆ ਨਾ ਸੰਸਾਰ ਦੇ, ਇਹ ਤੈਨੂੰ ਪਾਸ ਕਰਨੇ ਪੈਣਗੇ। ਤੈਨੂੰ ਇਹ ਸਮਝਣਾ ਪਊਗਾ ਕਿ ਇਹ ਦੁੱਖ ਕੀ ਹੈ ਤੇ ਸੁੱਖ ਕੀ ਹੈ। ਇਹੀ ਤੇਰੇ ਇਮਤਿਹਾਨ ਦੀਆਂ ਘੜੀਆਂ ਨੇ, ਇਹੀ ਤੇਰੇ ਪੇਪਰ ਨੇ, ਇਹੀ ਤੇਰੇ ਐਗਜ਼ਾਮ ਨੇ ਕਿ ਦੁੱਖ ਦੇ ਵਿੱਚ ਤੂੰ ਜੇ ਧਾਹਾਂ ਮਾਰਨ ਲੱਗ ਪਵੇਂ ਤੇ ਸੁੱਖ ਦੇ ਵਿੱਚ ਤੂੰ ਆਖੇ ਵੀ ਹੁਣ ਸ਼ਰਾਬ ਦੇ ਪੈਮਾਨੇ ਤੇ ਮੈਂ ਵੱਡੇ ਵੱਡੇ ਨਾਚ ਗਾਣੇ ਕਰਾਵਾਂ, ਫਿਰ ਤੂੰ ਫੇਲ ਹੋ ਗਿਆ ਪੇਪਰ 'ਚੋਂ। ਸਿੱਖ ਦਾ ਤੇ ਸੁਭਾਏ ਜੇ ਸੁਖ ਦੇ ਤਾਂ ਤੁਝੇ ਆਰਾਧੀ, ਦੁੱਖ ਭੀ ਤੁਝੇ ਧਿਆਈ। ਜੇ ਸੁੱਖ ਹੈ ਤੇ ਤਾਂ ਵੀ ਤੇਰਾ ਸ਼ੁਕਰਾਨਾ ਹੈ, ਜੇ ਦੁੱਖ ਹੈ ਤੇ ਤੇਰੀ ਰਜ਼ਾ ਹੈ। ਇੱਕ ਬਰਾਬਰ ਜੀਵਨ ਆ, ਬੈਲੈਂਸ ਜੀਵਨ ਆ। ਤੇ ਜਦੋਂ ਜੀਵਨ ਬੈਲੈਂਸ ਹੁੰਦਾ ਨਾ, ਸੁੱਖ ਵੇਲੇ ਤੇ ਸਾਰੇ ਮਿੱਤਰ ਬਣਦੇ ਨੇ। ਮਸਲਾ ਤੇ ਇਹ ਹੈ ਕਿ ਦੁੱਖ ਦੇ ਵਿੱਚ ਕਿਹੜਾ ਬੰਦਾ ਆ ਕੇ ਖੜਦਾ ਹੈ। ਦੁੱਖ ਮਨੁੱਖ ਨੂੰ ਬਹੁਤ ਕੁਝ ਸਿਖਾ ਕੇ ਜਾਂਦਾ। ਚੇਤਾ ਰੱਖਿਓ, ਜਿਹੜੀਆਂ ਚੀਜ਼ਾਂ ਸੁੱਖ ਨਹੀਂ ਨਾ ਸਿਖਾ ਪਾਉਂਦਾ, ਉਹ ਦੁੱਖ ਸਿਖਾ ਕੇ ਜਾਂਦਾ ਮਨੁੱਖ ਨੂੰ। ਦੁੱਖ ਦੇ ਵਿੱਚ ਰਿਸ਼ਤਿਆਂ ਦੀ ਪਰਖ ਹੋ ਜਾਂਦੀ ਹੈ। ਦੁੱਖ ਦੇ ਵਿੱਚ ਆਪਣੇ ਪਰਾਏ ਦੀ ਪਰਖ ਹੋ ਜਾਂਦੀ ਹੈ। ਦੁੱਖ ਦੇ ਵਿੱਚ ਮਨੁੱਖ ਦੇ ਅੰਦਰ ਦੀ ਸਹਿਣਸ਼ੀਲਤਾ ਤੇ ਪੇਸ਼ੈਂਸ ਦੀ ਪਰਖ ਹੋ ਜਾਂਦੀ ਹੈ। ਤੇ ਜਿਹੜਾ ਉੱਥੋਂ ਬਾਹਰ ਨਿਕਲ ਗਿਆ ਨਾ, ਉਹ ਫਿਰ ਘੜ ਗਿਆ, ਫਿਰ ਉਹ ਬਣ ਗਿਆ। ਫਿਰ ਤੋਂ ਸਾਹਿਬ ਕਹਿੰਦੇ ਜਦੋਂ ਗੁਰੂ ਦਾ ਉਪਦੇਸ਼, ਜਿਹਦੇ ਕੋਲ ਗੁਰੂ ਆ ਨਾ, ਸੁਸਾਈਡ ਕੌਣ ਕਰਦਾ? ਜਿਹੜਾ ਧੰਨ ਗੁਰੂ ਗ੍ਰੰਥ ਸਾਹਿਬ ਤੋਂ ਦੂਰ ਹੋਵੇਗਾ। ਮੈਂ ਕਈ ਵਾਰੀ ਕਹਿੰਦਾ ਅਸੀਂ ਬੜਿਆਂ ਭਾਗਾਂ ਵਾਲੇ ਹਾਂ। ਹਰ ਗੱਲ ਦਾ ਹੱਲ ਗੁਰੂ ਗ੍ਰੰਥ ਸਾਹਿਬ 'ਚ ਹੈ। ਹਰ ਸਵਾਲ ਦਾ ਜਵਾਬ ਗੁਰੂ ਗ੍ਰੰਥ ਸਾਹਿਬ ਜੀ ਦਿੰਦੇ ਨੇ। ਤੇ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਆ ਨਾ, ਉਹ ਕਦੀ ਵੀ ਸੁਸਾਈਡ ਨਹੀਂ ਕਰ ਸਕਦਾ, ਉਹ ਆਤਮਘਾਤੀ ਨਹੀਂ ਹੋ ਸਕਦਾ। ਉਹਦਾ ਜੀਵਨ ਬੜਾ ਸੱਚਾ ਤੇ ਬੜਾ ਸੁੱਚਾ ਹੋਵੇਗਾ। ਤੋ ਜਿਹਦੀ ਜ਼ਿੰਦਗੀ ਵਿੱਚ ਸੱਚ ਤੇ ਭਰੋਸਾ ਅਕਾਲ ਪੁਰਖ ਤੇ ਵੱਜ ਜਾਵੇ ਤਾਂ ਸਾਹਿਬ ਕਹਿੰਦੇ ਉਹ ਬੇਪਰਵਾਹ ਹੋ ਜਾਂਦਾ ਹੈ। ਉਹਦੇ ਜੀਵਨ ਵਿੱਚੋਂ ਸੰਸਾਰੀ ਦੁੱਖਾਂ ਨਾਲ ਲੜਨ ਦੀ ਸ਼ਕਤੀ ਪੈਦਾ ਹੋ ਜਾਂਦੀ ਹੈ। ਕਲੈ ਜੀਵਨ ਵਿੱਚੋਂ ਮੁੱਕ ਜਾਂਦੀ ਹੈ। ਕਲੈ ਕਦੋਂ, ਕਲੇਸ਼ ਕਦੋਂ ਸਾਡੇ ਜੀਵਨ 'ਚ ਆਉਂਦਾ ਹੈ? ਕਦੀ ਆਪਾਂ 1 ਮਿੰਟ ਇੱਥੇ ਮਾੜਾ ਜਿਹਾ ਇਹਨੂੰ ਹੋਰ ਥੋੜ੍ਹਾ ਜਿਹਾ ਖੋਲੀਏ। ਇਹ ਕਲੇਸ਼ ਕਦੋਂ ਆਉਂਦਾ ਹੈ? ਹੁਣ ਆਮ ਕਰਕੇ ਜਿਹੜਾ ਬੰਦਾ ਬਿਜ਼ਨਸ ਕਰਦਾ ਹੈ ਜਾਂ ਕਾਰੋਬਾਰ ਕਰਦਾ ਹੈ, ਉਹਦੀ ਜ਼ਿੰਦਗੀ ਦੇ ਵਿੱਚ ਜੇ ਉਹ ਬਾਹਰ ਦੇਖਦਾ ਬਿਜ਼ਨਸ ਦੇ ਵਿੱਚ ਮੁਨਾਫਾ ਹੋ ਰਿਹਾ ਹੈ, ਫਿਰ ਬੜਾ ਘਰ ਵਿੱਚ ਖੁਸ਼ ਹੈ। ਤੇ ਜੇ ਦੇਖਿਆ ਕਿ ਬਾਹਰ ਦੀ ਪ੍ਰਸਥਿਤੀ ਨਾਲ ਮੈਂ ਸਾਹਮਣਾ ਨਹੀਂ ਕਰ ਪਾ ਰਿਹਾ, ਸਾਰਾ ਕਲੇਸ਼ ਲਿਆ ਕੇ ਘਰ ਸੁੱਟ ਲਿਆ, ਆਪਣੀ ਬੱਚਿਆਂ 'ਚ, ਆਪਣੀ ਘਰ ਦੀ 'ਚ। ਹੁਣ ਐਨ ਟੁੱਟ ਕੇ ਬੱਚਿਆਂ ਨੂੰ ਪੈਂਦਾ ਹੈ। ਕ੍ਰੋਧ ਦੇ ਬੋਲ ਆਪਣੀ ਘਰ ਦੀ ਨੂੰ ਬੋਲਦਾ ਹੈ। ਗੱਲ ਕੀ ਸਾਰਾ ਘਰ ਡਿਸਟਰਬ ਕਰ ਲਿਆ। ਪਰ ਜੇ ਸਤਿਗੁਰ ਦੀ ਮੱਤ ਕੋਲ ਹੈ, ਜੇ ਰੋਜ਼ ਨਿਤਨੇਮੀ ਹੈ, ਰੋਜ਼ ਗੁਰੂ ਸ਼ਬਦ ਨੂੰ ਫੋਲੋ ਕਰਦਾ ਹੈ, ਰੋਜ਼ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦਾ ਹੈ, ਉਹਦੇ ਮੁਤਾਬਕ ਤੁਰਦਾ ਹੈ, ਫਿਰ ਉਹ ਕਹੂਗਾ ਨਹੀਂ ਕੋਈ ਗੱਲ ਨਹੀਂ। ਉਹ ਘਰ ਆਪਣਾ ਕਲੇਸ਼ ਨਹੀਂ ਲੈ ਕੇ ਆਏਗਾ। ਫਿਰ ਉਹ ਹਰ ਵਕਤ ਆਪਣੇ ਆਪ ਨੂੰ ਮੈਂਟਲੀ ਸਟਰੋਂਗ ਰੱਖੇਗਾ। ਕੋਈ ਗੱਲ ਨਹੀਂ, ਇਸ ਜ਼ਿੰਦਗੀ ਦੇ ਵਿੱਚ ਘਾਟੇ ਵਾਧੇ ਚੱਲਦੇ ਰਹਿੰਦੇ ਨੇ, ਕਾਰੋਬਾਰ ਮੈਂ ਸੱਚ ਤੇ ਕਰਨਾ ਹੈ, ਕੋਈ ਗੱਲ ਨਹੀਂ। ਆਪਣੇ ਘਰ ਦੇ ਵਿੱਚ ਬੜਾ ਸਕੂਨ ਦੀ ਜ਼ਿੰਦਗੀ ਜੀਵੇਗਾ। ਭਉ ਵਿਆਪੈ ਦੁੱਖ ਕਲੇਸ਼ ਨਾ ਭਉ ਵਿਆਪੈ, ਗੁਰ ਮੰਤਰ ਹਿਰਦੈ ਹੋਏ। ਉਹਦੇ ਜੀਵਨ ਵਿੱਚੋਂ ਸਾਰੇ ਦੁੱਖ ਕਲੇਸ਼ ਤੇ ਸਾਰੇ ਡਰ ਖਤਮ ਹੋ ਜਾਂਦੇ ਨੇ। ਕਿਹਦੇ ਵਿੱਚੋਂ? ਗੁਰਮੰਤਰ ਹਿਰਦੈ ਹੋਏ। ਜਿਹਦੇ ਮਨ ਦੇ ਵਿੱਚ ਸਤਿਗੁਰੂ ਜੀ ਕੇ ਉਪਦੇਸ਼,
ਗੁਰੂ ਜੀ ਦਾ ਹੁਕਮ, ਗੁਰੂ ਜੀ ਦੀ ਮੱਤ ਵਸ ਜਾਂਦੀ ਹੈ। ਕੋਟ ਜਤਨਾ ਕਰ ਰਹੇ, ਗੁਰ ਬਿਨ ਤਰਿਓ ਨਾ ਕੋਏ। ਕੋਟ ਦਾ ਅਰਥ ਹੈ ਕਰੋੜਾਂ, ਜਤਨਾਂ ਦਾ ਅਰਥ ਹੈ ਜਿਹੜੇ ਮਨੁੱਖ ਕਹਿੰਦਾ ਯਤਨ ਕਰਨੇ, ਐਫਰਟਸ ਲਾਉਣੇ। ਮਨੁੱਖ ਕਰੋੜਾਂ ਯਤਨ ਕਰ ਕਰਕੇ ਥੱਕ ਚੁੱਕੇ ਨੇ। ਸਾਹਿਬ ਕਹਿੰਦੇ ਦੁਨੀਆ ਦਾ ਕੋਈ ਤੰਤਰ ਮੰਤਰ ਹਰ ਇੱਕ ਜਿਹੜਾ ਕਰਕੇ ਵੇਖ ਲਵੇ, ਹਰ ਇੱਕ ਤੰਤਰ ਮੰਤਰ ਕਰਕੇ ਵੇਖ ਲਵੇ, ਜੋਤਸ਼ੀਆਂ ਕੋ ਜਾ ਕੇ ਵੇਖ ਲਵੇ, ਜੋ ਟੂਣੇ ਮੰਤਰ ਕਰਕੇ ਦੇਖ ਲਵੇ। ਗੱਲ ਚੇਤੇ ਰੱਖਿਓ, ਇਹਨਾਂ ਯਤਨਾਂ ਤੋਂ ਕਦੀ ਵੀ ਸਕੂਨ ਨਹੀਂ ਮਿਲਣਾ। ਜੇ ਸਕੂਨ ਮਿਲਣਾ ਏ ਤਾਂ ਸਾਹਿਬ ਕਹਿੰਦੇ ਗੁਰੂ ਦੇ ਦੱਸੇ ਰਾਹ ਤੇ। ਕੋਟ ਯਤਨਾ ਕਰ ਰਹੇ, ਲੋਕ ਕਰੋੜਾਂ ਹੋਰ ਯਤਨ ਕਰਕੇ ਥੱਕ ਜਾਂਦੇ ਹਨ। ਪਰ ਚੇਤਾ ਰੱਖਿਓ, ਗੁਰੂ ਜੀ ਦੀ ਸ਼ਰਨ ਤੋਂ ਬਿਨਾਂ, ਗੁਰੂ ਜੀ ਦੀ ਮੱਤ ਨੂੰ ਲੈਣ ਤੋਂ ਬਿਨਾਂ, ਗੁਰੂ ਉਪਦੇਸ਼ ਉੱਤੇ ਚੱਲਣ ਤੋਂ ਬਿਨਾਂ ਉਹਨਾਂ ਦੁੱਖਾਂ ਕਲੇਸ਼ਾਂ ਤੋਂ ਕੋਈ ਵੀ ਮਨੁੱਖ ਬਚ ਕੇ ਨਹੀਂ ਲੰਘ ਸਕਦਾ। ਦੇਖ ਦਰਸ਼ਨ ਮਨ ਸਾਧਾਰੈ, ਪਾਪ ਸਗਲੇ ਜਾਹੇ। ਦੇਖ ਦਾ ਅਰਥ ਹੈ ਖੱਖੇ ਤੋਂ ਸਿਹਾਰੀ ਹੈ, ਦੇਖ ਕੇ, ਦਰਸ਼ਨ ਕਰਕੇ। ਸਾਹਿਬ ਕਹਿੰਦੇ ਜਿਹੜਾ ਮਨੁੱਖ ਗੁਰੂ ਜੀ ਦੇ ਦਰਸ਼ਨ ਕਰ ਲਵੇ। ਹੁਣ ਦਰਸ਼ਨ ਕਿਹੜੇ ਨੇ? ਮੈਂ ਗਿਆ ਸਵੇਰੇ ਘਰੋਂ, ਗੱਡੀ ਚੁੱਕੀ, ਜਾ ਕੇ ਗੁਰਦੁਆਰੇ ਮੱਥਾ ਟੇਕਿਆ ਤੇ ਮੈਂ ਆਖਾਂ ਜੀ ਗੁਰੂ ਦੇ ਦਰਸ਼ਨ ਕਰ ਲੈ। ਇਹ ਦਰਸ਼ਨ ਦਾ 1% ਹੈ, ਇੱਕ ਪੱਖ ਹੈ। ਅਸਲੀ ਦਰਸ਼ਨ ਕਿਹੜੇ ਨੇ? ਸਤਿਗੁਰੂ ਨੂੰ ਪੁੱਛ ਲਈਏ। ਸਾਹਿਬ ਕਹਿੰਦੇ ਮੈਂ ਬੜਾ ਨਹਾ ਧੋ ਕੇ ਗਿਆ ਵਾਂ ਤੇਰੇ ਗੁਰਦੁਆਰਾ ਸਾਹਿਬ, ਜਾ ਕੇ ਮੱਥਾ ਟੇਕਿਆ ਤੇ ਮੈਂ ਅੱਖਾਂ ਦੇ ਨਾਲ ਤੇਰੇ ਦੀਦਾਰ ਕੀਤੇ ਕਿ ਇਹ ਦਰਸ਼ਨ ਤੁਸੀਂ ਕਬੂਲ ਕੀਤੇ ਨੇ। ਸਾਹਿਬ ਕਹਿੰਦੇ ਚੇਤਾ ਰੱਖੀ, ਡਿਠਿਆਂ ਮੁਕਤ ਨਾ ਹੋਵੇ, ਜਿਚਰ ਸ਼ਬਦ ਨਾ ਕਰੇ ਵਿਚਾਰ। ਤੂੰ ਆਇਆ ਵਾ ਮੁਬਾਰਕ ਆ ਜੀ, ਸਦਕੇ ਆ। ਤੂੰ ਮੱਥਾ ਟੇਕਿਆ ਜੀ, ਸਦਕੇ ਆ। ਤੂੰ ਮੇਰੇ ਦੀਦਾਰ ਕੀਤੇ ਜੀ, ਸਦਕੇ ਆ। ਪਰ ਅਸਲੀ ਦਰਸ਼ਨ ਨੇ ਗੁਰੂ ਸ਼ਬਦ ਦੀ ਵਿਚਾਰ, ਗੁਰੂ ਸ਼ਬਦ ਨੂੰ ਫੋਲੋ ਕਰਨਾ, ਗੁਰੂ ਦੀ ਮੱਤ ਤੇ ਚੱਲਣਾ। ਤੇ ਜਦੋਂ ਗੁਰੂ ਜੀ ਦੀ ਮੱਤ ਤੇ ਚੱਲੇਗਾ, ਐਸੇ ਦਰਸ਼ਨ ਕਰੇਗਾ, ਮਨ ਸਾਧਾਰੈ, ਤੇ ਮਨ ਤੇਰਾ ਆਧਾਰ ਸਹਿਤ ਹੋ ਜਾਵੇਗਾ। ਭਾਵ ਮਨ ਨੂੰ ਗੁਰੂ ਦਾ ਆਸਰਾ ਮਿਲ ਜਾਵੇਗਾ। ਕਈ ਵਾਰੀ ਖਿਆਲ ਕਰਨਾ, ਸਾਡੇ ਸਵਾਲਾਂ ਦੇ ਜਵਾਬ ਗੁਰੂ ਸ਼ਬਦ ਵਿੱਚ ਹੁੰਦੇ ਨੇ, ਤੇ ਜਦੋਂ ਸਾਨੂੰ ਮਿਲ ਜਾਂਦੇ ਅਸੀਂ ਕਈ ਵਾਰੀ ਬਾਹਰ ਨਿਕਲੇ ਕਹਿੰਦੇ ਅੱਜ ਤੇ ਮੇਰੇ ਸਾਰਿਆਂ ਸਵਾਲਾਂ ਦੇ ਜਵਾਬ ਗੁਰੂ ਨੂੰ ਦੇ ਦਿੱਤੇ, ਕਿਉਂਕਿ ਸਤਿਗੁਰੂ ਗੁਰੂ ਸ਼ਬਦ ਮੇਰੇ ਮਨ ਦਾ ਆਸਰਾ ਬਣ ਗਿਆ। ਜਦੋਂ ਮੈਂ ਸ਼ਬਦ ਦੀ ਵਿਚਾਰ ਕੀਤੀ ਨਾ, ਗੁਰੂ ਜੀ ਦੇ ਦਰਸ਼ਨ ਕੀਤੇ, ਤੇ ਗੁਰੂ ਦਾ ਮੈਨੂੰ ਆਸਰਾ ਮਿਲ ਗਿਆ। ਸਤਿਗੁਰੂ ਦੇ ਸ਼ਬਦ ਵਿੱਚੋਂ ਮੈਨੂੰ ਸਹਾਰਾ ਮਿਲ ਗਿਆ। ਤੇ ਕੀ ਹੋਇਆ? ਪਾਪ ਸਗਲੇ ਜਾਹੇ। ਤੇ ਜਿਹੜੇ ਮੇਰੇ ਜੀਵਨ ਵਿੱਚ ਮੈਂ ਪਾਪ ਚਿਤਵਰਿਆ ਸੀ, ਇਸ ਗੱਲ ਨੂੰ ਥੋੜਾ ਜਿਹਾ ਸਮਝੋ। ਪਾਪ ਤੇ ਅਪਰਾਧ ਦੋ ਸ਼ਬਦ ਨੇ, ਮੈਂ ਬਾਰ-ਬਾਰ ਕਹਿੰਦਾ। ਪਾਪ ਚਿਤਵੇ ਜਾਂਦੇ ਨੇ, ਅਪਰਾਧ ਕੀਤੇ ਜਾਂਦੇ ਨੇ। ਮਨੁੱਖ ਪਹਿਲਾਂ ਪਾਪ ਚਿਤਵਦਾ ਹੈ, ਫਿਰ ਅਪਰਾਧ ਕਰਦਾ ਹੈ। ਜਿਵੇਂ ਮੇਰੇ ਮਨ ਵਿੱਚ ਕਿਸੇ ਦੇ ਪ੍ਰਤੀ ਕੋਈ ਈਰਖਾ, ਕੋਈ ਨਫ਼ਰਤ ਹੈ, ਠੀਕ ਹੈ, ਇੱਥੇ ਤੱਕ ਚੱਲ ਰਹੀ ਹੈ, ਪਾਪ ਕਰ ਰਿਹਾ ਮੈਂ। ਹੁਣ ਉਸ ਨਫ਼ਰਤ ਤੇ ਈਰਖਾ ਇੰਨੀ ਵੱਧ ਜਾਵੇ ਕਿ ਮੈਂ ਦੂਸਰੇ ਦੇ ਕਾਰੋਬਾਰ ਨੂੰ ਵਿਗਾੜ ਦੇਵਾਂ, ਦੂਸਰੇ ਦਾ ਕੋਈ ਨੁਕਸਾਨ ਕਰ ਦੇਵਾਂ, ਇਹ ਅਪਰਾਧ ਹੈ। ਹੁਣ ਇਮਾਨਦਾਰੀ ਨਾਲ ਝਾਤੀ ਮਾਰੀ, ਅਸੀਂ ਸਾਰੇ ਪਾਪ ਕਈ ਵਾਰੀ ਚਿਤਵ ਰਹੇ ਹਾਂ। ਕਿਉਂ? ਕਿਉਂਕਿ ਗੁਰੂ ਜੀ ਦੇ ਉੱਤੇ ਭਰੋਸਾ ਨਹੀਂ ਹੈ। ਅਸੀਂ ਸੰਸਾਰ ਦੇ ਵਿੱਚ ਭਰੋਸਾ ਰੱਖ ਕੇ ਬੈਠੇ ਹਾਂ, ਸੰਸਾਰੀ ਲੋਕਾਂ ਦੀ ਪ੍ਰੀਤ ਹੈ, ਤੇ ਜਿਹੜਾ ਕੋਈ ਸਾਡੇ ਤੋਂ ਅੱਗੇ ਲੰਘਦਾ ਅਸੀਂ ਉਹਦੇ ਨਾਲ ਜੈਲਸੀ ਕਰਦੇ ਹਾਂ। ਪਰ ਜਿੱਦਣ ਗੁਰੂ ਤੇ ਭਰੋਸਾ ਵੱਧ ਜਾਂਦਾ, ਗੁਰੂ ਤੇ ਵਿਸ਼ਵਾਸ ਵੱਧ ਜਾਂਦਾ, ਗੁਰੂ ਜੀ ਦਾ ਲੜ ਫੜ ਲਈਦਾ, ਫਿਰ ਇਹ ਮੈਲੇ ਪਾਪ ਰੂਪੀ ਵਿਚਾਰ ਜੀਵਨ ਵਿੱਚ ਜਦੋਂ ਜਨਮ ਲੈਣ, ਇਹਨਾਂ ਨੂੰ ਰੋਕ ਲਈਦਾ ਹੈ। ਨਾ, ਮੇਰੇ ਗੁਰੂ ਨੇ ਹੁਕਮ ਕੀਤਾ ਹੈ, ਐਰਿਕ ਵਾਦ ਨਾ ਕੀਚੈ ਰੇ ਮਨ। ਐਰਿਕ ਦਾ ਅਰਥ ਈਰਖਾ, ਵਾਦ ਵਿਵਾਦ, ਲੜਾਈ ਝਗੜਾ। ਐਰਿਕ ਵਾਦ ਨਾ ਕੀਚੈ ਰੇ ਮਨ, ਕਿਸੇ ਨਾਲ ਨਾ ਕਰ। ਸੁਕਿਰਤ ਕਰ ਲੀਜੈ ਰੇ ਮਨ, ਇਮਾਨਦਾਰੀ ਨਾਲ ਸੱਚੀ ਕਿਰਤ ਕਰ। ਗੁਰੂ ਦੇ ਹੁਕਮ ਤੇ ਤੁਰ, ਤੂੰ ਵੀ ਇਹ ਜੀਵਨ ਵਿੱਚ ਸੱਚ ਲੈ ਜਾ। ਹਉ ਤਿਨ ਕੇ ਬਲਿਹਾਰਣੈ, ਹਉ ਤਿਨ ਕੈ ਬਲਿਹਾਰਣੈ, ਜੇ ਗੁਰ ਕੀ ਪੈਰੀ ਪਾਹੇ। ਸਭ ਕਹਿੰਦੇ ਮੈਂ ਉਹਨਾਂ ਬੰਦਿਆਂ ਤੋਂ, ਉਹਨਾਂ ਗੁਰੂ ਦੀਆਂ ਸਿੱਖਾਂ ਤੋਂ ਸਦਕੇ ਜਾਨਾ, ਬਲਿਹਾਰ ਜਾਨਾ, ਕੁਰਬਾਨ ਜਾਨਾ, ਜੋ ਆਪਣੇ ਜੀਵਨ ਨੂੰ ਸਤਿਗੁਰੂ ਨੂੰ ਸਮਰਪਿਤ ਕਰ ਦਿੰਦੇ ਨੇ, ਸਤਿਗੁਰੂ ਨੂੰ ਸਰੈਂਡਰ ਕਰ ਦਿੰਦੇ ਨੇ, ਤੇ ਆਪਣੇ ਜੀਵਨ ਵਿੱਚੋਂ ਆਪਣੀ ਅਹੰਗ, ਆਪਣੀ ਮਤ
ਕੱਢ ਕੇ ਬਾਹਰ ਸੁੱਟ ਦਿੰਦੇ ਨੇ। ਆਖਰੀ ਬੰਦ ਹੈ ਪਾਵਨ ਸ਼ਬਦ ਦਾ, ਸਾਧ ਸੰਗਤ ਮਨ ਵਸੈ ਸਾਚ ਹਰ ਕਾ ਨਾਉ। ਸਾਧ ਸੰਗਤ ਮਨ ਵਸੈ ਸਾਚ ਹਰ ਕਾ ਨਾਉ। ਸਾਧ ਸੰਗਤ, ਸਤਿਗੁਰੂ ਜੀ ਦੀ ਸੰਗਤ। ਜਦੋਂ ਮੈਂ ਜਾ ਕੇ ਸਤਿਗੁਰੂ ਜੀ ਕੇ ਉਹਨਾਂ ਪਿਆਰਿਆਂ ਗੁਰਮੁਖਾਂ ਗੁਰੂ ਕੀਆਂ ਸਿੱਖਾਂ ਦੇ ਕੋਲ ਬਹਿਨਾ ਜਿਨ੍ਹਾਂ ਦੇ ਅੰਦਰ ਗੁਰੂ ਦੀ ਮੱਤ ਘਰ ਕਰ ਗਈ ਹੈ, ਜੋ ਗੁਰੂ ਦੇ ਉਪਦੇਸ਼ ਤੇ ਤੁਰਦੇ ਨੇ, ਜੋ ਗੁਰੂ ਦੇ ਹੁਕਮ ਨੂੰ ਫਾਲੋ ਕਰਦੇ ਨੇ, ਜਦੋਂ ਉਹਨਾਂ ਦੇ ਨਾਲ ਮੈਂ ਬਹਿਨਾ ਮਨ ਵਸੈ ਤੇ ਮੇਰੇ ਮਨ ਦੇ ਵਿੱਚ ਇਹ ਗੁਰੂ ਦੀ ਯਾਦ, ਸਤਿਗੁਰੂ ਦਾ ਹੁਕਮ, ਗੁਰੂ ਦਾ ਪਿਆਰ ਵਸਣ ਲੱਗ ਪੈਂਦਾ ਹੈ। ਸਾਚ ਹਰ ਕਾ ਨਾਉ, ਤੇ ਸਮਝ ਪੈ ਜਾਂਦੀ ਹੈ ਸਦਾ ਅਟਲ ਰਹਿਣ ਵਾਲਾ ਜੇ ਕੋਈ ਹੈ ਤੇ ਉਹ ਪਰਮਾਤਮਾ ਦਾ ਸੱਚਾ ਨਾਮ ਹੈ, ਉਹਦਾ ਸੱਚਾ ਹੁਕਮ ਹੈ। ਸੇ ਵਡਭਾਗੀ ਨਾਨਕਾ ਜਿਨ੍ਹਾਂ ਮਨ ਇਹ ਭਾਉ। ਸਭ ਕਹਿੰਦੇ ਉਹ ਨਾਨਕ, ਇਹ ਨਾਨਕ ਉਹ ਬੰਦੇ ਭਾਗਾਂ ਵਾਲੇ ਹਨ ਜਿਨ੍ਹਾਂ ਦੇ ਮਨ ਵਿੱਚ ਸਾਧ ਸੰਗਤ, ਸਤਿਗੁਰੂ ਕੀ ਸੰਗਤ ਕੀਤਿਆਂ, ਗੁਰੂ ਸ਼ਬਦ ਦੇ ਨਾਲ ਜੁੜਿਆਂ, ਜਿਨ੍ਹਾਂ ਦੇ ਮਨ ਵਿੱਚ ਇਹ ਗੁਰੂ ਦੇ ਪ੍ਰਤੀ ਪ੍ਰੇਮ, ਸਤਿਗੁਰੂ ਕੀ ਸੰਗਤ ਕੀਤਿਆਂ ਗੁਰੂ ਦੇ ਪ੍ਰਤੀ ਸ਼ਰਧਾ ਤੇ ਗੁਰੂ ਦੇ ਪ੍ਰਤੀ ਵਿਸ਼ਵਾਸ ਵੱਜ ਜਾਂਦਾ ਹੈ। ਉਹ ਗੁਰੂ ਨੂੰ ਆਪਣੇ ਆਪ ਨੂੰ ਸਮਰਪਣ ਕਰ ਦਿੰਦੇ ਹਨ ਤੇ ਸਤਿਗੁਰ ਦੀ ਮੱਤ ਲੈਂਦੇ ਹਨ। ਉਹਨਾਂ ਦਾ ਜੀਵਨ ਉਜਵਲ, ਨਿਰਮਲ ਤੇ ਸੁਹਾਵਣਾ ਹੋ ਜਾਂਦਾ ਹੈ। ਉਹਨਾਂ ਦੇ ਅੰਦਰੋਂ ਤਮਾਮ ਕਲਹਿ ਮੁੱਕ ਜਾਂਦੇ ਹਨ, ਉਹ ਸਮਰਪਿਤ ਹੋ ਜਾਂਦੇ ਹਨ ਸਤਿਗੁਰੂ ਕੇ ਸ਼ਬਦ ਤੇ। ਸੋ ਅੱਜ ਦਾ ਪਾਵਨ ਸ਼ਬਦ ਬਾਰ-ਬਾਰ ਸਤਿਗੁਰੂ ਨੇ ਸਮਝਾਇਆ ਹੈ, ਚਿੰਤਾ ਨਾ ਕਰ। ਚਿੰਤਾ ਤਾਂ ਕਰ ਜੇ ਕੋਈ ਅਨਹੋਣੀ ਹੈ, ਇਹ ਸਭ ਉਹਦਾ ਹੁਕਮ ਹੈ, ਇਹ ਉਹਦੀ ਰਜ਼ਾ ਹੈ। ਸਭ ਕਹਿੰਦੇ ਇਸੇ ਕਰਕੇ ਕਹਿੰਦੇ ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸੀ ਹੈ। ਇਹ ਚਿੰਤਾ ਸਾਰੀਆਂ ਪਰਮਾਤਮਾ ਤੇ ਛੱਡ ਦੇ, ਸਭ ਕੁਝ ਛੱਡ ਕੇ ਸਮਰਪਣ ਕਰ ਦੇ। ਵੇਖ ਗੁਰੂ ਦਾ ਪਿਆਰ ਕਿਵੇਂ ਮਿਲਦਾ ਹੈ। ਆਪਣੇ ਗੁਰੂ ਦੀ ਰਜ਼ਾ ਚ ਤੁਰ, ਤਾਂ ਹੀ ਹੋਣਗੇ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਘਰ ਪ੍ਰਭਾਪੇ ਮੇਲੇ। ਬੇਅੰਤ ਭੁੱਲਾਂ ਗਲਤੀਆਂ ਗੁਰੂ ਸ਼ਬਦ ਦੀ ਵਿਚਾਰ ਕਰਦਿਆਂ ਹੋਈਆਂ ਨੇ, ਉਚਾਰਨ ਕਰਦਿਆਂ ਹੋਈਆਂ ਨੇ। ਆਪ ਤਮਾਮ ਵੀਰਾਂ ਦਾ ਜਿਨ੍ਹਾਂ ਨੇ ਗੁਰੂ ਸ਼ਬਦ ਦੀ ਵਿਚਾਰ ਨੂੰ ਰੋਜ਼ ਸੁਣਦੇ ਨੇ, ਸ਼ੇਅਰ ਕਰਦੇ ਨੇ। WhatsApp ਗਰੁੱਪ ਦੇ ਵਿੱਚ ਵੀ ਇਹ ਰੋਜ਼ਾਨਾ ਸੇਵਾ ਨਿਭਾਈ ਜਾ ਰਹੀ ਹੈ। ਸੋ ਜਿਨ੍ਹਾਂ ਨੇ ਸ਼ਾਮਲ ਹੋਣਾ ਹੋਵੇ ਉਹ ਆਪਣਾ ਨੰਬਰ ਕਮੈਂਟ ਬਾਕਸ ਦੇ ਵਿੱਚ ਛੱਡ ਸਕਦੇ ਹਨ। ਸਾਰਿਆਂ ਦਾ ਜੀ ਆਇਆਂ ਨੂੰ ਬਹੁਤ ਬਹੁਤ ਸਤਿਕਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ